Yes, we are live now. Afternoon learners. I hope you all are doing great. So ਰਾਜੇ ਅੱਜ ਆਪਾਂ ਪੈਡਾਗੋਜੀ ਦੇ ਇੱਕ ਹੋਰ ਸੈਸ਼ਨ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਜਿੰਦੇ ਵਿੱਚ ਆਪਾਂ 15 ਕੁਐਸਚਨਸ ਨੂੰ ਬੇਸਿਕਲੀ ਡਿਸਕਸ ਕਰਾਂਗੇ ਹੈ ਨਾ। ਸੋ ਕਲਾਸ ਨੂੰ ਸਟਾਰਟ ਕਰਦੇ ਹਾਂ ਬਟ ਰਾਜੇ ਇੱਕ ਛੋਟੀ ਜੀ ਗੱਲ ਤੁਹਾਨੂੰ ਮੈਂ ਕਹਿਣਾ ਚਾਹਾਂਗੀ ਜੇਕਰ ਕਿਸੇ ਬੱਚੇ ਨੂੰ ਲਾਸਟ ਜੋ ਵੀ ਆਪਣੀਆਂ 7 ਕਲਾਸਿਸ ਹੋਈਆਂ ਨੇ ਉਹਦੇ ਵਿੱਚ ਕੋਈ ਵੀ ਡਾਊਟ ਹੋਏ ਤਾਂ ਕਮੈਂਟ ਬਾਕਸ ਦੇ ਵਿੱਚ ਇਸ ਵੀਡੀਓ ਦੇ ਨੀਚੇ ਜ਼ਰੂਰ ਆਪਣੇ ਕਮੈਂਟ ਕਰਿਆ ਜੇ ਤਾਂ ਕਿ ਤੁਹਾਡੇ ਜਿਹੜੇ ਡਾਊਟਸ ਨੇ ਉਹਨਾਂ ਨੂੰ ਆਪਾਂ ਬੇਸਿਕਲੀ ਸੋਲਵ ਕਰੀਏ ਠੀਕ ਹੈ। ਸੋ ਕਰਦੇ ਹਾਂ ਕਲਾਸ ਸਟਾਰਟ। ਜਲਦੀ ਜਲਦੀ ਲਿੰਕ ਨੂੰ ਸ਼ੇਅਰ ਕਰ ਦਿਓ ਆਪਣੇ ਫਰੈਂਡ ਸਰਕਲ 'ਚ। ਹਾਂਜੀ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਜਿਨ੍ਹਾਂ ਬੱਚਿਆਂ ਨੇ WhatsApp ਗਰੁੱਪ ਜੁਆਇਨ ਨਹੀਂ ਕਰਿਆ ਰਾਜੇ QR ਕੋਡ ਤੇ ਸਕੈਨ ਕਰਕੇ ਤੁਸੀਂ ਜੁਆਇਨ ਹੋ ਸਕਦੇ ਹੋ। ਇੱਥੇ ਤੁਹਾਨੂੰ ਹਰ ਇੱਕ ਚੀਜ਼ ਦੀ ਅਪਡੇਟ ਮਿਲਦੀ ਰਹੇਗੀ ਰਿਗਾਰਡਿੰਗ ਐਗਜ਼ਾਮ ਰਿਗਾਰਡਿੰਗ ਮੌਕ ਟੈਸਟ ABCD। ਯੈਸ ਹਾਂਜੀ ਪੰਜਾਬ ਗਵਰਨਮੈਂਟ ਦਾ ਵੀ ਰਾਜੇ ਬੈਚ ਸਟਾਰਟ ਹੋ ਚੁੱਕਿਆ ਹੈ 1 ਸਤੰਬਰ ਤੋਂ। ਜਿਨ੍ਹਾਂ ਬੱਚਿਆਂ ਨੇ ਹਾਲੇ ਤੱਕ ਇਨਰੋਲ ਨਹੀਂ ਕਰਵਾਇਆ ਤੇ ਡੈਮੋ ਕਲਾਸਿਸ ਲਗਾ ਚੁੱਕੇ ਨੇ। ਜੇਕਰ ਪਸੰਦ ਆਈਆਂ ਨੇ ਰਾਜੇ ਕਲਾਸਿਸ ਕੁਝ ਨਵਾਂ ਸਿੱਖਣ ਨੂੰ ਮਿਲ ਰਿਹਾ ਤਾਂ ਤੁਸੀਂ ਜ਼ਰੂਰ ਕਲਾਸ ਦੇ ਵਿੱਚ ਇਨਰੋਲ ਹੋਵੋ ਠੀਕ ਹੈ ਜੀ। ਸੋ ਆਫਰ ਤੁਹਾਡੇ ਲਈ ਅਵੇਲੇਬਲ ਹੈ ਤੁਸੀਂ ਉਹਨਾਂ ਨੂੰ ਜਾ ਕੇ ਚੈੱਕ ਕਰ ਸਕਦੇ ਹੋ। ਯੈਸ ਕਰਦੇ ਆਪਣੀ ਅੱਜ ਦਾ ਸੈਸ਼ਨ ਸਟਾਰਟ। ਜਲਦੀ ਜਲਦੀ ਰਾਜੇ ਆ ਜਾਓ ਸਾਰੇ ਬੱਚੇ। ਹਾਂਜੀ ਆਈ ਹੋਪ ਕਿ ਤੁਹਾਡੇ ਸਾਰਿਆਂ ਦਾ ਮੌਕ ਟੈਸਟ ਬਹੁਤ ਵਧੀਆ ਗਿਆ ਹੋਏਗਾ ਬੜਾ ਅੱਛਾ ਸਕੋਰ ਕਰਿਆ ਹੋਏਗਾ। ਤੁਸੀਂ ਆਪਣੇ ਮੌਕ ਟੈਸਟ ਦੇ ਕਿੰਨੇ ਕਿੰਨੇ ਮਾਰਕਸ ਤੁਹਾਡੇ ਬਣੇ ਨੇ ਤੁਸੀਂ ਉਹ ਵੀ ਸ਼ੇਅਰ ਕਰਿਆ ਜੀ ਕਮੈਂਟ ਬਾਕਸ 'ਚ ਠੀਕ ਹੈ ਰਾਜੇ। ਸੋ ਮੈਂ ਇੱਕ ਇੱਕ ਬੱਚੇ ਦਾ ਮੈਸੇਜ ਜ਼ਰੂਰ ਰੀਡ ਆਊਟ ਕਰਾਂਗੇ। ਸੋ ਡਿਸਕਸ ਕਰਦੇ ਹਾਂ ਆਪਣਾ ਅੱਜ ਦਾ ਫਰਸਟ ਕੁਐਸਚਨ। ਹਾਂਜੀ ਕੀ ਕਹਿ ਰਹੇ ਆ ਵਟ ਇਜ਼ ਦ ਸਿਗਨੀਫਿਕੈਂਟ ਚੈਲੰਜ ਇਨ ਅਸੈਸਿੰਗ ਸਟੂਡੈਂਟਸ ਇੰਗਲਿਸ਼ ਲੈਂਗੁਏਜ ਸਕਿੱਲ। ਸਿਗਨੀਫਿਕੈਂਟ ਚੈਲੰਜ ਕੀ ਫੇਸ ਕੀਤਾ ਜਾਂਦਾ ਹੈ ਠੀਕ ਹੈ ਇੰਗਲਿਸ਼ ਲੈਂਗੁਏਜ ਸਕਿੱਲ ਦੇ ਵਿੱਚ। ਫਾਈਂਡਿੰਗ ਟਾਈਮ ਟੂ ਅਸੈਸ ਈਚ ਸਟੂਡੈਂਟਸ ਇੰਡੀਵਿਜੂਅਲੀ ਹੁੰਦਾ ਮਤਲਬ ਕੱਲੇ ਕੱਲੇ ਅਸੈਸ ਕਰਨਾ। ਮੇਕਿੰਗ ਅਸੈਸਮੈਂਟਸ ਦੈਟ ਆਰ ਟੂ ਈਜ਼ੀ ਫॉर ਸਟੂਡੈਂਟਸ ਮਤਲਬ ਇਸ ਤਰ੍ਹਾਂ ਦੀ ਅਸੈਸਮੈਂਟ ਕਰੋ ਜਿਹਦੇ ਨਾਲ ਬੱਚੇ ਨੂੰ ਬੜਾ ਹੀ ਸੌਖਾ ਲੱਗੇ। ਕ੍ਰੀਏਟਿੰਗ ਅਸੈਸਮੈਂਟ ਦੈਟ ਓਨਲੀ ਫੋਕਸ ਔਨ ਮੈਂ ਤੁਹਾਨੂੰ ਦੱਸਿਆ ਸੀ ਜਿੱਥੇ ਓਨਲੀ ਆ ਜੇ ਰਾਜੇ ਨੈਗੇਟਿਵ ਟਰਮ ਹੈ ਠੀਕ ਹੈ ਜੀ। ਫੋਕਸ ਔਨ ਗ੍ਰਾਮਰ ਦੈਨ ਉਹ ਕੀ ਕਹਿ ਰਹੇ ਨੇ ਅਸੈਸਿੰਗ ਓਨਲੀ ਸਟੂਡੈਂਟਸ ਹੂ ਆਰ ਆਲਰੇਡੀ ਪ੍ਰੋਫੀਸ਼ੀਐਂਟ। ਰਾਜਾ ਇੱਕ ਗੱਲ ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਓਨਲੀ ਨੂੰ ਤੁਸੀਂ ਭਾਵੇਂ ਡਾਇਰੈਕਟ ਸਮਝ ਲਓ ਭਾਵੇਂ ਕੁਐਸਚਨ ਦੀ ਸੈਂਸ ਦੇ ਅਕੋਰਡਿੰਗ ਸਮਝ ਲਓ ਠੀਕ ਹੈ ਜੀ। ਇੱਥੇ ਕੀ ਕਹਿ ਰਹੇ ਨੇ ਅਸੈਸਿੰਗ ਓਨਲੀ ਸਟੂਡੈਂਟਸ ਹੂ ਆਰ ਆਲਰੇਡੀ ਪ੍ਰੋਫੀਸ਼ੀਐਂਟ ਇਨ ਇੰਗਲਿਸ਼ ਲੈਂਗੁਏਜ ਮਤਲਬ ਜਿਹੜਾ ਸਿਰਫ ਇੱਕ ਅੱਧਾ ਬੱਚਾ ਓਨਲੀ ਮਤਲਬ ਸਿਰਫ ਸਿੰਗਲ ਨੂੰ ਟਾਰਗੇਟ ਕੀਤਾ ਹੋਇਆ ਬਟ ਆਪਾਂ ਹਮੇਸ਼ਾ ਕੀ ਲੈ ਕੇ ਚੱਲਦੇ ਹਾਂ ਕਲਾਸ ਨੂੰ ਐਜ਼ ਅ ਹੋਲ ਲੈ ਕੇ ਚੱਲਦੇ ਹਾਂ। ਤੁਸੀਂ ਟਰਮ ਸੁਣੀ ਹੋਏਗੀ ਨਾ ਜਿੱਥੇ ਵੀ ਐਜ਼ ਅ ਹੋਲ ਆ ਜੇ ਪੋਜ਼ਿਟਿਵ ਟਰਮ ਹੈ ਮਤਲਬ ਆਪਾਂ ਓਵਰਆਲ ਸਾਰੇ ਬੱਚਿਆਂ ਨੂੰ ਨਾਲ ਲੈ ਕੇ ਚੱਲਣਾ ਕਿਸੇ ਇੱਕ ਬੱਚੇ ਦੇ ਬਾਰੇ ਨਹੀਂ ਸੋਚਣਾ। ਇਟ ਮੀਨਸ ਓਨਲੀ ਆਪਸ਼ਨ ਆ ਵੀ ਓਨਲੀ ਆਪਸ਼ਨ ਗਲਤ ਹੈ ਸੋ ਆਂਸਰ ਕਰੋ A ਆਪਸ਼ਨ ਆਏਗਾ ਕਿ B ਆਪਸ਼ਨ ਆਏਗਾ। ਯੈਸ ਵਿਚ ਵਨ ਇਜ਼ ਦ ਕਰੈਕਟ ਆਂਸਰ। finding time to assess each students individually ਜਾਂ ਮੇਕਿੰਗ ਅਸੈਸਮੈਂਟਸ ਦੈਟ ਆਰ ਟੂ ਈਜ਼ੀ ਫॉर ਸਟੂਡੈਂਟ ਕਿ ਆਪਾਂ ਬੱਚੇ ਨੂੰ ਇੱਕ ਗੱਲ ਸੁਣੋ ਅਸੈਸਮੈਂਟ ਤੋਂ ਹਟ ਕੇ ਮੈਂ ਤੁਹਾਨੂੰ ਨੋਰਮਲ ਇੱਕ ਗੱਲ ਕਰਦੀ ਹਾਂ ਕੋਈ ਵੀ ਟੀਚਰ ਹੈ ਨਾ ਜਦੋਂ ਵੀ ਇੱਕ ਐਗਜ਼ਾਮ ਬਣਾਉਂਦਾ ਹੈ ਉਹ ਹਮੇਸ਼ਾ 70-30 ਦਾ ਪੋਰਸ਼ਨ ਲੈ ਕੇ ਚੱਲਦਾ ਹੈ ਠੀਕ ਹੈ ਜੀ। 70 ਬੜਾ ਅੱਛਾ ਲੈਵਲ ਹੁੰਦਾ ਤੇ 30 ਥੋੜਾ ਈਜ਼ੀ ਜਿਹਾ ਪਾ ਦਿੰਦੇ ਨੇ। ਉਹਦੇ ਪਿੱਛੇ ਰੀਜ਼ਨ ਕੀ ਹੁੰਦਾ ਹੈ ਕਿ ਹਰ ਤਰ੍ਹਾਂ ਦੇ ਬੱਚੇ ਨੂੰ ਜੇਕਰ ਤੁਸੀਂ ਚੈੱਕ ਕਰਨਾ ਤਾਂ ਇਹੀ ਬੈਸਟ ਮੈਥਡ ਹੈ। ਇਹਦੇ ਨਾਲ ਕੀ ਹੋ ਜਾਏਗਾ ਕਿ ਜਿਹੜਾ ਤਾਂ ਇੰਟੈਲੀਜੈਂਟ ਬੱਚਾ ਹੈ ਉਹ ਤੁਹਾਨੂੰ ਪਤਾ ਚੱਲ ਜਾਏਗਾ ਕਿ ਹਾਂ 30 ਤਾਂ ਉਹ ਲੈ ਹੀ ਲਏਗਾ ਡੈਫੀਨੇਟਲੀ ਲੈ ਲਏਗਾ ਇਹਦੇ ਵਿੱਚ ਉਹ ਕਿੰਨਾ ਸਕੋਰ ਕਰੇਗਾ ਉਹ ਤੁਹਾਨੂੰ ਪਤਾ ਚੱਲ ਜਾਏਗਾ। ਨਹੀਂ ਤਾਂ ਜਿਹੜੇ ਨਾਰਮਲ ਬੱਚੇ ਹੋਣਗੇ ਜਿਹੜੇ ਜਿਨ੍ਹਾਂ ਨੇ ਘੱਟ ਲਰਨਿੰਗ ਹੋਏਗੀ ਉਹ ਤੁਹਾਨੂੰ ਪਤਾ ਹੈ ਐਟਲੀਸਟ 30 ਦੇ ਨੀਅਰ ਅਬਾਊਟ ਤੱਕ ਰੁਕਣਗੇ ਕਿਉਂਕਿ ਆਹੀ ਪੋਰਸ਼ਨ ਈਜ਼ੀ ਸੀ ਬਾਕੀ ਟਫ ਸੀ ਡਿਫਿਕਲਟ ਸੀ। ਸੋ ਇਹਦੇ ਨਾਲ ਬੇਸਿਕਲੀ ਅਸੈਸਮੈਂਟ ਕਰਨਾ ਈਜ਼ੀ ਹੋ ਜਾਂਦਾ ਹੈ ਨਾ ਇਵੈਲੂਏਟ ਕਰਨਾ ਈਜ਼ੀ ਹੋ ਜਾਂਦਾ। ਸੋ ਟੂ ਈਜ਼ੀ ਫॉर ਸਟੂਡੈਂਟਸ ਨਹੀਂ ਕੋਈ ਵੀ ਚੀਜ਼ ਕਰਨੀ ਉਹਦੇ ਨਾਲ ਤਾਂ ਬੱਚੇ ਨੂੰ ਇਹੀ ਹੋ ਜਾਏਗਾ ਕਿ ਬੜਾ ਹੀ ਸੌਖਾ ਕੰਮ ਹੈ ਨਾ। ਸੋ ਦੈਟਸ ਵਾਈ ਆਪਣਾ ਰਾਈਟ ਆਪਸ਼ਨ ਕੀ ਹੋ ਜਾਏਗਾ A will be a right answer. Is it clear to everyone? Yes. Now move to our question number second. Question second ਕੀ ਕਹਿ ਰਿਹਾ ਰਾਜੇ choose the sentence with the correct use of an identified article. ਹੁਣ ਆ ਦੇਖੋ ਆਰਟੀਕਲ ਦੇ ਵਿੱਚ ਤੁਹਾਡੇ ਕੋਲ ਕੁਐਸਚਨ ਆਇਆ ਆਰਟੀਕਲ ਦਾ ਕਨਸੈਪਟ ਮੈਂ ਕੱਲ ਕਲਾਸ ਦੇ ਵਿੱਚ ਕਰਵਾ ਚੁੱਕੀ ਹਾਂ A N ਤੇ ਦਾ ਠੀਕ ਹੈ ਜੀ। ਕੱਲ ਬੜੀਆਂ ਅੱਛੀਆਂ ਚੀਜ਼ਾਂ ਡਿਸਕਸ ਕਰੀਆਂ ਸੀ ਆਪਾਂ A N ਦਾ ਦੇ ਕਨਸੈਪਟ ਦੇ ਬਿਹਾਫ ਤੇ। ਸੋ ਉਹਦੇ ਅਕੋਰਡਿੰਗ ਤੁਸੀਂ ਆਨਸਰ ਦੱਸਣਾ ਹੈ। she is an university professor ਠੀਕ ਹੈ ਜੀ। she is a European tourist she sorry it's an honest mistake they saw a unicorn। ਹੁਣ ਮੇਨ ਕਨਫਿਊਜ਼ਨ ਰਾਜੇ ਕਿੱਥੇ ਹੋਏਗੀ ਤੁਹਾਨੂੰ ਸਾਰਿਆਂ ਨੂੰ ਮੈਨੂੰ ਪਤਾ ਹੈ ਕਿ ਮੈਮ A N ਤੇ ਦਾ ਸੌਰੀ ਯੂ ਵਾਲਾ ਕਨਸੈਪਟ ਇੱਥੇ ਲਿਖਿਆ ਹੋਇਆ ਐਨ
यूनिवर्सिटी। ठीक है जी, इत्थे लिखा होया ए यूरोपियन। थर्ड लिखा होया एन ऑनेस्ट, एंड द लास्ट वन लिखा होया अ यूनिकॉर्न। जिन्होंने तो वाउल्स का कंसैप्ट एवं समझ के करिया कि मैम जिथे ए ई आई ओ तो यू आ गया उत्थे असी की लगा देंगे एन, वो गलत ने। इस स्कूल ਦੇ ਵਿੱਚ ਚੀਜ਼ਾਂ ਆਪਾਂ ਨੂੰ ਕਰਵਾਈ ਜਾਂਦੀਆਂ ਸੀ, बट ਇੱਥੇ अकॉर्डिंग टू अंडरस्टैंडिंग दसो। अंडरस्टैंडिंग ਦਾ मतलब ਕੀ ਹੈ, ਐਨ ਕਦੋਂ यूज ਹੁੰਦਾ ਰਾਜੇ, ਜਿੱਥੇ ਆਪਣੇ ਕੋਲ ਊੜਾ ਐੜਾ ਤੇ ਈਡੀ ਦੀ ਸਾਊਂਡ ਆਏ, ਜਿਹਨੂੰ ਆਪਾਂ ਕੀ ਕਹਿ ਦਿੰਦੇ ਆ बेसिकली वाउल साउंड, वाउल साउंड। ठीक है, सो अल्फाबेट के अकॉर्डिंग नहीं देखना। सो दसो राजे करैक्ट पूछा सी उन्होंने, करैक्ट विच वन इज योर करैक्ट? हुण इत्थे की गल कीती हुई यूनीवर्सिटी, यूनीवर्सिटी कि इत्थे एन यूनीवर्सिटी लग्या, सही है गलत है राजे? गलत है। हाँ जी, इत्थे की आना सी यूनीवर्सिटी। सैकेंड बी ऑप्शन की कह रही है ही इज अ यूरोपियन। हाँ जी, यस ए ऑप्शन आएगा कि सॉरी केड़ी ऑप्शन आएगी राजे? ए यूरोपियन होएगा कि एन? साउंड के अकॉर्डिंग चेक करना है। यूरोपियन ई दी साउंड दे रहा तो ए भी नहीं आएगा, इत्थे भी एन आएगा। एन ऑनेस्ट ओ दी साउंड आ रही है, इत्थे एच दी साउंड नहीं आ रही, ए मैनू ठीक लग रहा है। चलो डी ऑप्शन भी पढ़ लेंगे। यूनिकॉर्न फिर अगेन यू आ गया तो इत्थे राजे आ की हो गया, सेंटेंस गलत है। यस, अपना राइट आंसर की बन जाएगा राजे सी ऑप्शन। इज इट क्लियर टू एवरीवन? हाँ जी क्लियर है राजे? हाँ जी, साउंड के अकॉर्डिंग चेक करना। ऑनेस्ट, ऑनेस्ट इनका तो चलो आंसर ही लग चुका है, गलती नाल लग चुका है। इन्होंने एंटोनियम पूछा सी राजे, एस्ट्यूट का एंटोनियम दसना है। स्टूपिड हुंदा, टैंपरेरी हुंदा, इलीगल हुंदा या फिर डिस्प्यूट। डिस्प्यूट बेसिकली किन्नू कह देने आपां? लड़ाई झगड़े नू, वाद विवाद नू। लड़ाई झगड़ा या वाद विवाद बेसिकली आप कह देने। इलीगल जो काम गैर कानूनी है, टैंपरेरी जो काम बड़ा थोड़े टाइम के लिए यूज होंगे। ठीक है, बट जेकर आप गल करिए तो एंटोनियम, एंटोनियम होंदा है ओपोजिट वर्ड। एस्ट्यूट का मतलब बेसिकली किन्नू कह देने राजे, जिहड़ी चीज शार्प है, या फिर आप ये कह सकते हैं वर्ड बड़ा क्लीयर है ना। एक होंदा ना, एक मतलब शार्प पर्सन है, उनका दिमाग बड़ा क्लियर नहीं, मतलब क्लेवर, क्लेवर काइंड ऑफ पर्सन। ठीक है जी, क्लेवर काइंड, बड़ा तेज है। बट उत्थे ही गल करिए कि निकम्मा टाइप है, स्टूपिड है ना। सो याद रखिया जी। ठीक है, इत्थे की आ जाएगा क्लेवर। क्लीयर का मतलब हो गया कि उन्होंने पता है कि मैं आपकी लाइफ की करना है, उन्होंने कोई भी भटका नहीं सकता। बट शार्प मतलब दिमाग तो तेज होना, क्लेवर मतलब चलाकियां करना। सो स्टूपिड मतलब निकम्मा जा बच्चा। सो दैट्स वाई अपना राइट आंसर क्या आ जाएगा? ए ऑप्शन। चलो जी, हाँ जी, एंड आंसर करो राजे। हुण इत्थे अंडरलाइन किया होया, बट चलो दसो इनका ये आंसर होएगा कि नहीं होएगा। अज मिक्स ग्रामर के क्वेश्चन पैडागोजी होंगे, सो ध्यान नाल देखियो। की क्या उन्होंने? यैसटरडे आई वेंट टू द स्टोर एंड बाय सम ग्रोसरीज। हुण तुसीं इहदे विच राजे बेसिकली की फाइंड करना है? स्पॉटिंग एन एरर, स्पॉटिंग एन एरर। हुण एन एरर क्यों लग गया? क्योंकि साउंड किंदी दे रहा है? एड़े दी। ठीक है जी, एन एरर, ए एरर नहीं लग्या इत्थे, एन एरर। चलो ये तो नॉर्मल जी गल सी जस्ट समझाने लई। बाकी अपना मेन क्वेश्चन की कह रहा है, इन्हां विचों दसो राजे किहड़ी चीज गलत है? यैसटरडे आई वेंट टू द स्टोर एंड बाय सम ग्रोसरीज। यैसटरडे मतलब कल की गल हुई है, वेंट टू द स्टोर, आई वेंट आएगा मतलब पास्ट सेंस विच आएगा, प्रेजेंट विच आएगा, या फिर फ्यूचर जो तुसीं दसना। बाय सम ग्रोसरीज टू द स्टोर या फिर आई वेंट, विच वन इज योर करेक्ट आंसर? ए बी सी या फिर डी? हाँ जी कमेंट करो राजे। मैनू पता सारे की लगाएंगे आई वेंट। नहीं राजे, ध्यान नाल क्वेश्चन नू समझो। यैसटरडे आई वेंट, पास्ट की गल हुई है तो ठीक लग गया सेंटेंस, बिल्कुल ठीक है। आई वेंट टू द स्टोर, ठीक है जी। वेंट क्यों आया? गो कित्थे यूज हुंदा राजे? प्रेजेंट दे लई।
ਵੈਂਟ ਕਿੱਥੇ ਯੂਜ਼ ਹੁੰਦਾ ਹੈ? ਵਰਬ ਦੀ ਸੈਕਿੰਡ ਫਾਰਮ ਪਾਸਟ ਦੇ ਲਈ। ਬਟ ਜਦੋਂ ਯੈਸਟਰਡੇ ਉਹਨਾਂ ਨੇ ਲਿਖ ਦਿੱਤਾ, ਯੈਸਟਰਡੇ ਦਾ ਮਤਲਬ ਕੀ ਹੈ? ਪਾਸਟ ਦੀ ਗੱਲ ਕੀਤੀ ਹੈ, ਸੋ ਵੈਂਟ ਬਿਲਕੁਲ ਠੀਕ ਲਿਖਿਆ ਹੋਇਆ ਹੈ। ਟੂ ਦ ਸਟੋਰ ਬਿਲਕੁਲ ਠੀਕ ਹੈ। ਐਂਡ ਬਾय ਸਮ ਗਰੋਸਰੀਜ਼, ਬਾय ਨਹੀਂ ਆਏਗਾ ਰਾਜੇ, ਜਦੋਂ ਵੀ ਪਾਸਟ ਦੀ ਗੱਲ ਕੀਤੀ ਹੋਏ ਤਾਂ ਬਾय ਦੀ ਜਗ੍ਹਾ ਤੇ ਕੀ ਆ ਜਾਏਗਾ? ਬੋਟ। ਬਾय ਦੀ ਜਗ੍ਹਾ ਤੇ ਕੀ ਆ ਜਾਏਗਾ? I bought some groceries। that's why ਆਪਣਾ spotting the error ਦੇ ਵਿੱਚੋਂ B option ਕੀ ਹੋ ਜਾਏਗਾ? correct ਹੋ ਜਾਏਗਾ। is it clear to everyone? yes। now move toward question number 5। what is the meant by scaffolding in language learning? scaffolding ਤੁਹਾਨੂੰ ਤੁਸੀਂ ਸਾਰਿਆਂ ਨੇ ਪੜਿਆ ਹੋਏਗਾ ਹੈ ਨਾ। ਇਹਦਾ ਮਤਲਬ ਕੀ ਹੁੰਦਾ ਹੈ ਕਿ ਕੋਈ ਬੱਚੇ ਨੂੰ ਟੈਂਪਰੇਰੀ ਹੈਲਪ ਦੇਣਾ। ਟੈਂਪਰੇਰੀ ਹੈਲਪ ਦਾ ਮਤਲਬ ਕੀ ਹੈ ਕਿ ਮਤਲਬ एग्जाम्पल आप साइकिल वाली सुनी हुई है, जो बच्चा साइकिल चलाना सीखता है तो उदो अपने पेरेंट्स या अपने कोई भी सिबलिंग्स हैल्प करता है आपू चलाने लिए। बट जो आप थोड़ा चलान लग पैने तो वो हैल्प छड़ दी जाती है ना, ताकि बच्चा खुद सीखे। सो टैंपरेरी हैल्प की जिते गल आ जाएगी उन्होंने आप बेसिकली की कहते हैं? स्कैफोल्डिंग। सो देख लें, प्रोवाइडिंग लर्नर्स विद द टास्क बियॉन्ड द एबिलिटी। ओके जी, गिविंग लर्नर्स अ लॉट ऑफ फ्रीडम विदाउट गाइडेंस। विदाउट गाइडेंस तो मैं गल ही नहीं की। ऑफरिंग स्ट्रक्चर सपोर्ट टू द लर्नर्स, स्ट्रक्चर सपोर्ट टू हेल्प देम अचीव अ टास्क। अलाउंग लर्नर्स टू वर्क इंडिपेंडेंटली। इंडिपेंडेंटली मतलब कल्ला काम। हुणे मैं तुहानूं दस्सिया टैंपरेरी हेल्प होएगी, स्ट्रक्चर सपोर्ट होएगी। सो दैट्स वाई योर करेक्ट आंसर विल बी सी ऑप्शन। क्लीयर है राजे? हाँ जी। पीएस चेक का नवा बैच स्टार्ट हो चुका है राजे 18 अगस्त तो। जिन्होंने बच्चों ने रिकॉर्डिड लैक्चर आपने देखे है या फिर यूट्यूब पे आपने डेली क्लासेस पैडागोजी के लगा रहे हैं, स्पैशली फॉर आउटसाइडर्स है ना, जिन्होंने हाले तक इनरोल नहीं करवाया राजे, तुम जल्दी तो जल्दी इस दिते हुए नंबर पर कॉन्टैक्ट कर सकते हो तो पीएस चेक का बैच ज्वाइन कर सकते हो। ठीक है जी। यस, नाउ मूव टू आवर क्वेश्चन नंबर 6। हार्डली हैड द गेस्ट अराइव डैश द होस्ट बिगिन द इवेंट। यस, आंसर करो। अगेन ग्रामर पोर्शन आ गया राजे, ग्रामर पोर्शन। यस, विच वन इज योर करेक्ट आंसर? ए ऑप्शन, बी ऑप्शन, सी या फिर डी? हार्डली हैड द गेस्ट अराइव्ड डैश द होस्ट बिगिन द इवेंट। सो, व्हेन, देन या एस? वैसे तुसी थोड़ा दिमाग लगा के देखोगे, मैंने पता है। हार्डली हैड द गेस्ट अराइव्ड सो द होस्ट बिगिन द इवेंट। हार्डली हैड द गेस्ट अराइव्ड व्हेन द होस्ट बिगिन द इवेंट। देन यूज करोगे एस, मतलब एवं तुसी पढ़ के देखोगे। बट जेकर आप अकॉर्डिंग टू रूल की गल करिए, एक गल याद रखिया जे जिथे भी हार्डली आ जाए उत्थे राजे एक सिंसीयरली मे बी वर्ड यूज होंदा है। उत्थे बेसिकली आप यूज करते हैं व्हेन या फिर बिफोर। बट अकॉर्डिंग टू ऑप्शन आपने कोल बिफोर ऑप्शन नहीं सी, सो दैट्स वाई अपना राइट आंसर की बन जाएगा बी ऑप्शन। सो इत्थे एक बारी फिल करके देखो। हार्डली हैड द गेस्ट अराइव्ड व्हेन द होस्ट बिगिन द इवेंट। ठीक है जी, क्लियर है। सो अपना राइट ऑप्शन की बन जाएगा बी ऑप्शन। याद रखिया जी, हार्डली दे नाल बिफोर या फिर की लगता है व्हेन। सो आई डोंट नो डैश टू चूज द रेड ड्रेस डैश द ब्लू वन फॉर द इवेंट। द इवेंट आया, इट मीन स्पेसिफिक कर दिता कि ऐसे इवेंट ते मैं जाना, नाल आर्टिकल भी डिस्कस हो गया अपना। सो वो कह रहे हैं आई डोंट नो, बोथ या एंड ऑप्शन आएगी, नाइदर नोर आएगी, वेदर और आएगी या फिर आइदर नोर। यस, विच वन इज योर करेक्ट आंसर? हाँ जी, 7 का आंसर करो राजे। आई डोंट नो बोथ टू चूज द रेड ड्रेस एंड द ब्लू वन फॉर द इवेंट, मतलब दो ड्रेस चूज करेगी कोई इवेंट लई। आई डोंट नो नाइदर टू चूज द रेड ड्रेस, मतलब ना ही वो रेड ड्रेस चूज करने वाली ते ना ही ब्लू। आई डोंट नो वैदर टू चूज द रेड, वैदर ते और वाला कंसैप्ट मतलब पूछ रहा है तुहाडे तो, मैनू यही नहीं मतलब वो कह रहे हैं मैनू कन्फ्यूजन हो रही है, मैं आ पावां कि आ वाली ड्रेस पावां। उन्होंने मतलब कि वैदर और वाला कंसैप्ट की लग रहा है, या तो आ या फिर आ। हुण आइदर नोर मतलब या तो आ ते ओ तो बिल्कुल ही नहीं है ना। सो ए ऑप्शन तो बिल्कुल ही निगलैक्ट होगी। नाइदर नोर नहीं आ सकता क्योंकि उन्होंने ड्रेस चाहिए है इवेंट लिए। ठीक है, आई डोंट नो वैदर, सी ऑप्शन आएगा, whether to choose
हाँ जी, whether to choose the red dress or the blue one for the event. So that's why your right answer will be C option. हाँ जी, clear है राजे सारे बच्चों ਨੂੰ? सो नाइदर नोर तो तुसी एक कंसैप्ट बनाना है, क्लास ਦੇ ਵਿੱਚ ਵੀ ਮੈਂ ਕਰਵਾਇਆ ਹੋਇਆ ਹੈ, ਠੀਕ ਹੈ। ਨਾਈਦਰ ਨੋਰ ਤੁਸੀਂ ਕਿਵੇਂ ਸੈਂਟੈਂਸ ਬਣਾਉਣਾ ਹੈ ਕਿ ਨਾ ਤਾਂ ਆ ਤੇ ਨਾ ਹੀ ਉਹ। ਸੋ ਇਹ ਹੋਮਵਰਕ ਕੁਐਸਚਨ ਹੈ ਤੁਹਾਡਾ, ਬਣਾ ਕੇ ਆਇਆ ਜੀ ਨਾਈਦਰ ਨੋਰ ਤੇ। ਯੈਸ, ਕੁਐਸਚਨ ਨੰਬਰ 8, ਦ ਟੀਚਰ ਡਿਸਟ੍ਰੀਬਿਊਟਡ ਦ ਟੈਸਟ ਪੇਪਰਸ ਡੈਸ਼ ਦ ਸਟੂਡੈਂਟਸ, ਅਮੰਗ ਦ ਸਟੂਡੈਂਟਸ, ਬਿਟਵੀਨ ਦ ਸਟੂਡੈਂਟਸ, ਓਵਰ ਜਾਂ ਐਟ। ਐਟ ਤੇ ਓਵਰ ਤਾਂ ਰਾਜੇ ਨਹੀਂ ਆਏਗਾ। ਹੁਣ ਇੱਕ ਗੱਲ ਯਾਦ ਰੱਖਿਆ ਜੀ, ਬਿਟਵੀਨ ਕਿੱਥੇ ਯੂਜ਼ ਹੁੰਦਾ ਹੈ? ਜਦੋਂ ਵੀ ਕੋਈ ਦੋ ਪਰਸਨ ਦੀ ਗੱਲ ਕੀਤੀ ਹੋਏਗੀ, ਦੋ ਪਰਸਨਸ ਦੀ, ਠੀਕ ਹੈ। ਅਮੰਗ ਕਿੱਥੇ ਯੂਜ਼ ਹੁੰਦਾ ਹੈ? ਮੋਰ ਦੈਨ ਟੂ। ਬਸ ਫਿਰ ਤਾਂ ਤੁਹਾਨੂੰ ਆਨਸਰ ਮਿਲ ਗਿਆ, ਠੀਕ ਹੈ। ਮੋਰ ਦੈਨ ਟੂ ਦੀ ਜਦੋਂ ਗੱਲ ਕੀਤੀ ਹੋਏਗੀ ਬੇਸਿਕਲੀ ਉਹਨੂੰ ਆਪਾਂ ਕੀ ਕਹਿੰਦੇ ਆ ਰਾਜੇ? ਅਮੰਗ ਯੂਜ਼ ਹੁੰਦਾ ਹੈ। ਦ ਟੀਚਰ ਡਿਸਟ੍ਰੀਬਿਊਟ ਦ ਟੈਸਟ ਪੇਪਰਸ ਡੈਸ਼ ਦ ਸਟੂਡੈਂਟਸ, ਮਤਲਬ ਕੀ ਆਏਗਾ ਆਨਸਰ? ਅਮੰਗ ਦ ਸਟੂਡੈਂਟਸ। ਕਾਫੀ ਸਾਰੇ ਸਟੂਡੈਂਟਸ ਦੀ ਗੱਲ ਹੋ ਰਹੀ ਹੈ ਇੱਥੇ, ਸੋ ਆਪਣਾ ਰਾਈਟ ਆਨਸਰ ਕੀ ਆ ਜਾਏਗਾ? ਅਮੰਗ। ਇਹ ਵਿਲ ਬੀ ਅ ਰਾਈਟ ਆਪਸ਼ਨ। ਕਲੀਅਰ ਹੈ ਰਾਜੇ? ਦੋ ਪਰਸਨ ਲਈ ਬਿਟਵੀਨ ਤੇ ਦੋ ਤੋਂ ਜ਼ਿਆਦਾ ਪਰਸਨ ਲਈ ਅਮੰਗ ਯੂਜ਼ ਹੁੰਦਾ ਹੈ। Now move toward question number 9. Yes, which of the following is an example? ਹੁਣ ਦੇਖੋ an example ਕਿਉਂ ਲੱਗਿਆ? ਤੁਸੀਂ ਕਹੋਗੇ ਮੈਂ ਵੀ ਆਰਟੀਕਲ ਦੇ ਪਿੱਛੇ ਪੈ ਗਈ, ਬਟ ਰਾਜੇ ਇਹਨਾਂ ਕੁਐਸਚਨਸ ਦੇ ਨਾਲ ਹੀ ਤੁਹਾਡੇ ਕਨਸੈਪਟ ਕਲੀਅਰ ਹੋ ਜਾਣਗੇ, ਤੁਹਾਨੂੰ ਲੱਗ ਤੋਂ ਪੜਨ ਦੀ ਨੀਡ ਹੀ ਨਹੀਂ ਹੋਏਗੀ। an example, ਈ ਦੀ ਸਾਊਂਡ ਦੇ ਰਹੇ, ਉੜਾ ਐੜਾ ਈੜੀ, ਸੋ ਦੈਟਸ ਵਾਈ। चलो जी, which of the following is an example of integrative testing? Multiple choice questions, fill in the blanks exercise, writing an essay या फिर true false statement? Yes, answer करो राजे। हाँ जी, ਤੁਹਾਨੂੰ ਪਤਾ ਹੈ ਮਲਟੀਪਲ ਚੋਇਸ ਕੁਐਸਚਨਸ ਬੇਸਿਕਲੀ ਕੋਈ ਇੱਕ MCQ ਦੇ ਵਿੱਚ ਤੁਸੀਂ ਇਹਨੂੰ ਟਿਕ ਕਰੋਗੇ, ਹੈ ਨਾ। ਫਿਲ ਇਨ ਦੀ ਬਲੈਂਕਸ ਦੇ ਵਿੱਚ ਕੀ ਤੁਸੀਂ ਜਸਟ ਇੱਕ ਲਾਈਨ ਨੂੰ ਜਾਂ ਇੱਕ ਵਰਡ ਨੂੰ ਇੱਥੇ ਲਿਖੋਗੇ ਬੇਸਿਕਲੀ। ਟਰੂ ਤੇ ਫਾਲਸ ਸਟੇਟਮੈਂਟ ਵਿੱਚ ਤੁਸੀਂ ਜਸਟ ਟਿਕ ਕਰੋਗੇ ਕਿ ਹਾਂਜੀ ਕਿਹੜਾ ਸਹੀ ਹੈ ਕਿਹੜਾ ਗਲਤ ਹੈ। ਰਾਈਟਿੰਗ ਐਨ ਐਸੇ ਇੱਕ ਅਲੱਗ ਆਪਸ਼ਨ ਹੈ, ਕਿਉਂ? ਕਿਉਂਕਿ ਰਾਜੇ ਇੰਟੀਗ੍ਰੇਟਿਵ ਟੈਸਟਿੰਗ ਦਾ ਮਤਲਬ ਇਹ ਹੈ ਇਹਦੇ ਵਿੱਚ ਤੁਸੀਂ ਆਪਣਾ ਕਨਸੈਪਟ ਲਿਖੋਗੇ ਰਿਗਾਰਡਿੰਗ ਇੱਕ ਟੌਪਿਕ। ਜੇਕਰ ਮੈਂ ਇੱਥੇ ਤੁਹਾਨੂੰ ਟੌਪਿਕ ਦੇ ਦਿੱਤਾ ਇੰਗਲਿਸ਼ ਦਾ ਸੇਵ ਵਾਟਰ, ਤੁਸੀਂ ਸੇਵ ਵਾਟਰ ਤੇ ਪੈਰਾਗ੍ਰਾਫ ਲਿਖੋ, ਤਾਂ ਤੁਸੀਂ ਕੀ ਕਰੋਗੇ? ਸੇਵ ਵਾਟਰ ਦੇ ਬਾਰੇ ਆਪਣੇ ਪਹਿਲਾਂ ਜੋ ਪ੍ਰੀਵੀਅਸ ਜੋ ਤੁਹਾਡੀ ਨੌਲੇਜ ਹੈ ਉਹਨੂੰ ਨੋਟ ਡਾਊਨ ਕਰੋਗੇ, ਇਹਦੇ ਕੀ ਪੁਆਇੰਟਸ ਨੂੰ ਲੈ ਕੇ ਇਹਦੇ ਤੋਂ ਨਵੀਆਂ ਵੋਕੈਬ ਯੂਜ਼ ਕਰੋਗੇ, ਹੈ ਨਾ। ਸੋ ਮਤਲਬ ਇੱਥੇ ਫੋਰਮੇਸ਼ਨ ਵੀ ਹੋਏਗੀ, ਇਹਦੇ ਅਸੈਸਮੈਂਟ ਵੀ ਬੜੀ ਆਪਾਂ ਇਹ ਕਹਿ ਸਕਦੇ ਹਾਂ ਬੜੀ ਅੱਛੀ ਹੋਏਗੀ, ਟੈਸਟਿੰਗ ਬੜੀ ਹੈ। ਆਪਾਂ ਇਹ ਦੇਖ ਸਕਦੇ ਹਾਂ ਕਿ ਕਿਹੜੇ ਬੱਚੇ ਦੇ ਕਿੰਨੇ ਕੁ ਪੁਆਇੰਟਸ ਜਾਂ ਕੰਸੈਪਟ ਕਲੀਅਰ ਨੇ। ਆਨਸਰ ਨੂੰ ਤਾਂ ਕੋਈ ਵੀ ਬੱਚਾ ਕਿਵੇਂ ਵੀ ਆਨਸਰ ਲਗਾ ਸਕਦਾ ਹੈ ਨਾ, ਇੱਕ ਦੂਸਰੇ ਤੋਂ ਦੇਖ ਕੇ ਵੀ ਲਗਾ ਸਕਦਾ, ਬਟ ਜਦੋਂ ਤੁਸੀਂ ਐਸੇ ਰਾਈਟਿੰਗ ਕਰਦੇ ਹੋ ਜਾਂ ਜਦੋਂ ਵੀ ਰਾਈਟਿੰਗ ਟਾਸਕ ਕਰਦੇ ਹੋ ਉੱਥੇ ਇੱਕ ਤੁਹਾਡੇ ਪਰਸਨਲ ਓਪੀਨੀਅਨ, ਤੁਹਾਡੀ ਸੈਂਟੈਂਸ ਸਟਰਕਚਰ, ਗ੍ਰਾਮੈਟਿਕਲ ਸਾਰੀਆਂ ਚੀਜ਼ਾਂ ਨੋਟ ਹੁੰਦੀਆਂ ਨੇ। ਸੋ ਦੈਟਸ ਵਾਈ ਆਪਣਾ ਰਾਈਟ ਆਨਸਰ ਕੀ ਆ ਜਾਏਗਾ ਰਾਜੇ? ਸੀ ਆਪਸ਼ਨ। आई होप कि ਤੁਹਾਨੂੰ पॉइंट क्लियर हो गया होगा। चलो जी, नाउ मूव टू आवर क्वेश्चन नंबर 10th। I will meet you dash the airport at 6 PM। हाँ जी, एट कितने यूज हो रहा है? इतने भी प्रैपोजिशन यूज हो रही है एट 6 PM। द एयरपोर्ट मतलब उससे ही एयरपोर्ट की गल की गई है, ठीक है जी। टाइम इतने टाइम जो मैंशन किया है कि प्रैपोजिशन यूज हुई है? एट प्रैपोजिशन यूज हुई है। आई विल मीट यू डैश द एयरपोर्ट एट 6 PM। अगेन एट आंसर आएगा ऑन, इन या टू। सारे का सही आंसर होएगा। आई थिंक इन्हों एक्सप्लेन करने की भी नीड नहीं है ना। वेरी गुड, वेरी गुड। इन अपना राइट आंसर है। सेंटेंस पढ़ के देखो राजे, आई विल मीट यू इन द एयरपोर्ट। इन द एयरपोर्ट मतलब उत्थे जाके तेन मिलेंगे एट 6 PM। दैट्स वाई अपना राइट आंसर की आ गया राजे सी। करांगे चैप्टर ਨੂੰ डिटेल च भी करांगे। हाँ जी, ਜਿਹੜੇ क्लास ਦੇ ਵਿੱਚ ਅੱਜ ਨਵੇਂ ਬੱਚੇ ਜੁਆਇਨ ਹੋਏ ਨੇ ਰਾਜੇ ਉਹਨਾਂ ਲਈ ਇੱਕ ਛੋਟੀ ਜਿਹੀ ਇਨਫੋਰਮੇਸ਼ਨ। ਟੈਟ ਬਜ਼ਰ ਅਕੈਡਮੀ ਜਿਹੜੀ ਹੈ ਕਾਫੀ ਸਾਰੇ ਕੋਰਸ ਅਵੇਲੇਬਲ ਕਰਵਾਉਂਦੀ ਹੈ ਤੁਹਾਨੂੰ, ਭਾਵੇਂ ਉਹ ਟੀਚਿੰਗ ਡਿਪਾਰਟਮੈਂਟ ਦੇ ਨੇ ਚਾਹੇ ਉਹ ਨੌਨ ਟੀਚਿੰਗ ਡਿਪਾਰਟਮੈਂਟ ਮਤਲਬ ਕੰਪੀਟੀਟਿਵ ਦੇ ਨੇ। ਸੋ ਜਿਹੜਾ ਵੀ ਬੈਚ ਤੁਸੀਂ ਪਰਚੇਸ ਕਰਨਾ ਚਾਹੁੰਦੇ ਹੋ ਰਾਜੇ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਬਾਕੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੁਐਰੀ ਦੇ ਰਿਗਾਰਡਿੰਗ ਤੁਸੀਂ ਜੇਕਰ ਆਫਲਾਈਨ ਵਿਜ਼ਿਟ ਕਰਨਾ ਤਾਂ ਐਡਰੈਸ ਹੈ ਤੁਸੀਂ ਵਿਜ਼ਿਟ ਕਰ ਸਕਦੇ ਹੋ। ਥੈਂਕ ਯੂ ਰਾਜੇ। ਚਲੋ ਜੀ, हाँ जी, PS चैट का मैं हुणे दस्सिया कि बैच स्टार्ट हो चुका है।
सो जल्दी तो जल्दी ज्वाइन कर लो राजे जिन्ना नहीं करना है। हाँ जी, क्वेश्चन नंबर 11 की कह रहा है विच वन ऑफ द फॉलोइंग इज नॉट एन एम। हुण एन एम लग गया है, ए दी साउंड दे रहा है, ठीक है जी, ऑफ स्पीकिंग स्किल। विच वन ऑफ द फॉलोइंग इज नॉट एन एम ऑफ द स्पीकिंग स्किल? आंसर करो। लीड टू लर्निंग अ लैंग्वेज प्रॉपरली, प्रोड्यूस क्लियर एंड कॉम्प्रीहेंसिव सेंटेंस, एक्सप्रेस फीलिंग एंड इमोशंस, मेक द लर्नर्स अ गुड एंड कॉन्फिडेंट स्पीकर। स्पीकिंग स्किल की गल की, केड़ा नोट मतलब सही नहीं है? यस, आंसर करो। चलो हाँ जी राजे, विच वन ऑफ द फॉलोइंग इज नॉट एन एम ऑफ स्पीकिंग स्किल? डी ऑप्शन की कह रहे ने मेक द लर्नर्स अ गुड एंड कॉन्फिडेंट स्पीकर। ठीक है, वधिया स्पीकर बनावांगे। एक्सप्रेस फीलिंग एंड इमोशंस, ठीक है, बच्चा स्पीकिंग का मतलब की है, जो जेकर मैं तुहाडे तो कोई क्वेश्चन पुट करिया है ना, सो तुसी उनका आंसर अपनी फीलिंग्स के नाल ही दसोगे जो तुसी एक्सप्रेस करना चाह रहे हो। प्रोड्यूस क्लियर एंड कॉम्प्रीहेंसिव सेंटेंस, बड़ी पॉजिटिव टर्म है, ठीक है जी, सो याद रखिया जी। लीड टू लर्निंग अ लैंग्वेज प्रॉपरली, ए एप्रोप्रिएट नहीं है, एस करके अपना राइट आंसर किया आ जाएगा ए ऑप्शन, ठीक है जी। लीड टू लर्निंग अ लैंग्वेज प्रॉपरली जरूरी नहीं हुंदा, समटाइम तुसी देखिया होएगा जेडे एक्टर्स भी ने वो भी कई बारी ग्रामेटिकली एरर कर जांदे ने, सो हर वारी प्रॉपर यूज होए दैट्स नॉट अ पॉसिबल, बट करनी चाहिए है क्योंकि सेंटेंस फॉर्मेशन सारी चेंज हो जाती है। चलो जी, क्वेश्चन नंबर 12, द मेन पर्पस ऑफ टीचिंग अ लैंग्वेज इज टू एक्वायर एलिमेंट्स ऑफ अ लैंग्वेज, एक्सप्रेस वंस आइडियाज, हुन चलो ठीक है इत्थे वंस लिखा है, डेवलप कम्युनिकेटिव कॉम्पिटेंस या फिर मास्टर इट्स ग्रामर एंड वोकैब। द मेन पर्पस दसना है। इट मीनस चार ऑप्शन सही हो सकते हैं बट मेन जो सब तो ज्यादा हाईलाइट होएगा उनके बारे गल करनी है। द मेन पर्पस ऑफ टीचिंग अ लैंग्वेज इज टू एक्वायर एलिमेंट्स ऑफ अ लैंग्वेज, एक्सप्रेस वंस आइडिया, ओके, डिवेलप द कम्युनिकेटिव कॉम्पिटेंस। हुण मैं तुहानूं पिछे भी दस्सिया सी कॉम्पिटेंस कम्युनिकेटिव बड़ियां ही पॉजिटिव टर्म ने दोनों, ठीक है जी। तो एक सेंटेंस दे विच दो पॉजिटिव टर्म आ रही ने, मास्टर इट्स ग्रामर एंड वोकैब। मास्टर करना मतलब जरूरी नहीं है, मास्टर का मतलब ये नहीं गा कि तुसीं 2 साल लगा के कोई भी एक सबजैक्ट नूं पकड़िया है ना। इंग्लिश एज अ सबजैक्ट तुसीं जेकर पढ़ रहे हो तो 2 साल दे विच तुहानूं सारी अंडरस्टैंडिंग हो जाएगी नहीं, ठीक है जी। सो दैट्स वाई अपना सी ऑप्शन की हो जाएगा, सही हो जाएगा। यस, क्वेश्चन नंबर 13, बड़ा ही इंटरेस्टिंग क्वेश्चन, तुहानूं सारिਆਂ ਨੂੰ आंदा होएगा राजे, आई होप कि तुहानूं सारिਆਂ ਨੂੰ विजिबल है ना। चलो जी, मैच द आइटम्स रिगार्डिंग लैंग्वेज डिसऑर्डर्स गिवन इन अ लिस्ट ए एंड देयर इंटरप्रिटेशन ऑफ लिस्ट बी। मतलब दस्सिया होया डिसऑर्डर्स दस्से हुए ने, डिसलैक्सिया लई दसो केड़ा सूटेबल है, डिसग्राफिया लई, डिसप्रैक्सिया लई ते डिसफेसिया लई। हाँ जी, करो राजे आंसर। वेरी गुड, यस, तुहानूं सारिਆਂ ਨੂੰ पता है डिसलैक्सिया बेसिकली किंदे रिगार्डिंग है, रीडिंग, है ना। सो डिसग्राफिया, ग्राफिया मतलब राइटिंग टास्क लई, राइटिंग आइडियाज एज वेल एज स्ट्रक्चर फॉर्म। देन आप गल करिए डिसप्रैक्सिया, डिसप्रैक्सिया बेसिकली कोऑर्डिनेशन हुंदा है, प्रॉब्लम इन द कोऑर्डिनेशन ऑफ टंग एंड लिप्स टू प्रोड्यूस साउंड, प्रॉपर साउंड्स ही नहीं वो बोल पाता, ठीक है। सो लास्ट अपने को बचता है, सो फर्स्ट ही बनेगी, है ना। डिसफेसिया की हुंदा है प्रॉब्लम इन कम्युनिकेटिंग आइडियाज एंड कॉम्प्रीहेंडिंग टेक्स्ट, कि प्रॉपर अपनी आइडियाज नू कॉम्प्रीहेंड करना, कम्युनिकेट करके दसना उनके लिए डिफिकल्ट होता है। सो देखो फर्स्ट ए ऑप्शन द फोर्थ, ए द फोर्थ, इट मीनस ए ऑप्शन ते बी ऑप्शन ते गई, सी ते डी च पे, सैकेंड अपने को होया बी द थर्ड, थर्ड दोनों च है। हाँ जी, सी ऑप्शन अपने को बनती है राजे 2, इट मीनस आ सी ऑप्शन अपनी की है बिल्कुल ठीक हो जाएगी। क्लीयर है राजे सारिਆਂ ਨੂੰ? यस, इज इट क्लीयर टू एवरीवन?
बड़ा कॉमन क्वेश्चन है PYQ ਦਾ, बहुत ही कॉमन है। सो जिन्होंने टर्म्स नहीं याद, डिसऑर्डर्स नहीं याद राजे कर लिया जी, ठीक है। विच इज नॉट अ वेरी गुड मैथड ऑफ लर्निंग वोकैब। वोकैब सिखानी है बच्चे नू या बच्चे ने सीखनी, तो केड़ा चंगा मैथड नहीं है बेसिकली। राइटिंग, मैचिंग मूवीज, वॉचिंग मूवीज, टॉकिंग एंड रीडिंग, या फिर बोथ A एंड B। वोकैब नू जेकर बच्चा सीखेगा तो राजे बच्चा बोलेगा, टॉक करेगा, रीड करेगा, ये तो पॉजिटिव टर्म है। वोकैब राइटिंग या वॉचिंग मूवीज मतलब इन्ना नहीं एप्रोप्रिएट है। मेरी गल सुनो क्यों, जेकर तुसी बोल रहे हो, वोकैब डे टू डे लाइफ च यूज हो रही है ना, तुसी कोई ईडियम यूज कर लिया, फ्रेज यूज कर लिया, रीडिंग टाइम तुसी नवे नवे सेंटेंस पढ़ ले, बट जो तुसी राइटिंग करोगे उदों तुसी नोट करोगे। राइटिंग टाइम ਜਿਹੜਾ ਤੁਸੀਂ ਸਿੱਖਿਆ ਨਾ, ਜੋ ਤੁਸੀਂ ਬੋਲਣ ਟਾਈਮ ਜਾਂ ਪੜਨ ਟਾਈਮ ਸਿੱਖਿਆ, ਉਹ ਤਾਂ ਤੁਸੀਂ ਇਹਨੂੰ ਕਨਵੇ ਕਰੋਗੇ। ਵਾਚਿੰਗ ਮੂਵੀਜ਼ 'ਚ ਨਹੀਂ ਇੰਨਾ ਹੁੰਦਾ, ਉਹ ਤਾਂ ਨੋਰਮਲੀ ਗੱਲਾਂ ਬਾਤਾਂ ਹੁੰਦੀਆਂ। ਸੋ ਜਿਹੜਾ ਨੋਟ ਪੁੱਛਿਆ ਸੀ, ਨੋਟ ਦੇ ਅਕੋਰਡਿੰਗ ਆਪਣਾ ਡੀ ਆਨਸਰ ਆਏਗਾ। ਕਲੀਅਰ ਹੈ ਜੀ ਸਾਰਿਆਂ ਨੂੰ? ਚੀਜ਼ ਨੂੰ ਥੋੜਾ ਧਿਆਨ ਨਾਲ ਪੜ੍ਹ ਕੇ, ਧਿਆਨ ਨਾਲ ਸਮਝ ਕੇ ਆਨਸਰ ਲਗਾਉਣਾ ਹੈ। ਯੈਸ, ਆਪਣੀ ਅੱਜ ਦੀ ਕਲਾਸ ਦਾ ਲਾਸਟ ਕੁਐਸਚਨ, ਸਟੇਟ ਵਿਚ ਇਜ਼ ਨੋਟ ਟਰੂ ਇਨ ਦ ਕੰਟੈਕਸਟ ਆਫ ਲਰਨਿੰਗ ਐਂਡ ਐਕੁਇਜ਼ੀਸ਼ਨ। ਲਰਨਿੰਗ ਕੀ ਹੁੰਦਾ? ਕੋਈ ਚੀਜ਼ ਸਿੱਖ ਰਹੇ ਹੋ, ਐਕੁਇਜ਼ੀਸ਼ਨ ਮਤਲਬ ਜਿਹਨੂੰ ਐਕਵਾਇਰ ਕਰ ਰਹੇ ਹੋ, ਗ੍ਰੈਨ ਕਰ ਰਹੇ ਹੋ। ਐਕੁਇਜ਼ੀਸ਼ਨ ਇਜ਼ ਅ ਨੈਚੁਰਲ ਪ੍ਰੋਸੈਸ, ਇਹ ਤਾਂ ਠੀਕ ਹੈ ਜੀ। ਲਰਨਿੰਗ ਇਜ਼ ਅ ਕੰਟੀਨਿਊਸ ਪ੍ਰੋਸੈਸ, ਵੈਰੀ ਪੋਜ਼ਿਟਿਵ ਟਰਮ। ਲਰਨਿੰਗ ਰਿਜ਼ਲਟਸ ਇਨ ਸਬਜੈਕਟਿਵ ਪ੍ਰੋਫੀਸ਼ੀਐਂਸੀ, ਜਾਂ ਫਿਰ ਐਕੁਇਜ਼ੀਸ਼ਨ ਹੈਲਪਸ ਇਨ ਕੋਗਨੀਟਿਵ ਐਬਿਲਿਟੀਜ਼। ਹੈ ਸੀ ਤੇ ਡੀ ਚ ਕਨਫਿਊਜ਼ ਹੋਵੋਗੇ। ਯੈਸ, which one is your right answer? ਨੋਟ ਪੁੱਛਿਆ ਰਾਜੇ, ਨੋਟ। ਜੇਕਰ ਤੁਸੀਂ ਕੋਈ ਵੀ ਚੀਜ਼ ਸਿੱਖੀ ਹੈ, ਲਰਨ ਹੈ ਨਾ, ਲਰਨਿੰਗ ਰਿਜ਼ਲਟਸ ਇਨ ਅ ਸਬਜੈਕਟ ਪ੍ਰੋਫੀਸ਼ੀਐਂਸੀ। ਲੈਟ ਅਸ ਸਪੋਜ਼ ਮੈਂ ਤੁਹਾਨੂੰ ਇੰਗਲਿਸ਼ ਪੜ੍ਹਾ ਰਹੀ ਹਾਂ, ਡੇਲੀ ਆਪਾਂ ਕਲਾਸ ਦੇ ਵਿੱਚ ਕੁਐਸਚਨ ਡਿਸਕਸ ਕਰ ਰਹੇ ਹਾਂ, ਹੈ ਨਾ। ਮੈਂ ਇੰਗਲਿਸ਼ ਦਾ ਤੁਹਾਨੂੰ ਲਿਟਰੇਰੀ ਟਰਮਸ ਕਰਵਾ ਰਹੀ ਹਾਂ, ਮੈਂ ਪੈਡਾਗੋਜੀ ਕਰਵਾ ਰਹੀ ਹਾਂ, ਕੰਪਰੀਹੈਂਸ਼ਨ ਕਰਵਾ ਰਹੀ ਹਾਂ, ਤਾਂ ਉਹਦਾ ਰਿਜ਼ਲਟ ਕੀ ਨਿਕਲੇਗਾ ਕਿ ਤੁਹਾਨੂੰ ਕਦੇ ਨਾ ਕਦੇ ਉਸ ਸਬਜੈਕਟ ਦੇ ਪ੍ਰਤੀ ਇਹ ਲੱਗੇਗਾ ਕਿ ਹਾਂ ਹੁਣ ਮੇਰੀ ਚੀਜ਼ਾਂ ਸਹੀ ਹੋਣ ਲੱਗ ਪਈਆਂ ਨੇ। ਐਗਜ਼ੈਕਟ ਨਹੀਂ ਆਪਾਂ ਕਹਿ ਸਕਦੇ ਕਿ 100% ਦਾ ਮਤਲਬ 100% ਹੀ ਹੋ ਰਿਹਾ, ਬਟ ਪ੍ਰੋਫੀਸ਼ੀਐਂਸੀ ਕਿਤੇ ਨਾ ਕਿਤੇ ਆਏਗੀ, ਅੱਜ ਨਹੀਂ ਤਾਂ ਕੱਲ ਤਾਂ ਆਏਗੀ। ਸੋ ਉਹਨਾਂ ਨੇ ਨੋਟ ਪੁੱਛਿਆ ਸੀ, ਐਕੁਇਜ਼ੀਸ਼ਨ ਹੈਲਪਸ ਇਨ ਦ ਕੋਗਨੀਟਿਵ ਐਬਿਲਿਟੀ। ਐਕੁਇਜ਼ੀਸ਼ਨ ਮਤਲਬ ਕਿਸੇ ਚੀਜ਼ ਨੂੰ ਤੁਸੀਂ ਕੀ ਕੀਤਾ? ਪ੍ਰਾਪਤ ਕੀਤਾ, ਗ੍ਰਹਿਣ ਕੀਤਾ, ਠੀਕ ਹੈ। ਲਰਨਿੰਗ ਕੋਈ ਚੀਜ਼ ਸਿੱਖੀ, ਤਾਂ ਮੈਂਟਲ ਸਕਿੱਲ ਤਾਂ ਸਿਰਫ ਹੈਲਪ ਕਰੇਗੀ, ਉਹਦੀ ਗੱਲ ਕਰ ਰਹੇ ਹਾਂ। ਸੋ ਕੋਗਨੀਟਿਵ ਐਬਿਲਿਟੀਜ਼ ਨਹੀਂ ਆਏਗਾ, ਡੀ ਆਪਸ਼ਨ ਨਹੀਂ ਆਏਗਾ, ਠੀਕ ਹੈ ਜੀ। ਹੁਣ ਡੀ ਕਿਉਂ ਨਹੀਂ ਆਏਗਾ? ਤੁਸੀਂ ਕਹੋਗੇ ਮੈਮ ਜੋ ਅਸੀਂ ਸਿੱਖਿਆ ਦਿਮਾਗ 'ਚ ਜਾ ਕੇ ਸਿੱਖਿਆ। ਇੱਕ ਹੁੰਦਾ ਲਰਨਿੰਗ, ਇੱਕ ਹੁੰਦਾ ਐਕੁਇਜ਼ੀਸ਼ਨ। ਲਰਨਿੰਗ ਦਾ ਮਤਲਬ ਤੁਸੀਂ ਉਸ ਚੀਜ਼ ਤੇ ਫੋਕਸ ਪਾ ਕੇ ਸਿੱਖ ਰਹੇ ਹੋ, ਉਹਦੇ ਕਨਸੈਪਟ ਸਿੱਖ ਰਹੇ ਹੋ, ਉਹਦੇ ਗ੍ਰਾਮਰ ਪੋਰਸ਼ਨ ਸਿੱਖ ਰਹੇ ਹੋ, ਉਹਦੇ ਰੂਲ ਸਿੱਖ ਰਹੇ ਹੋ, ਹੈ ਨਾ। ਇੱਕ ਹੁੰਦਾ ਐਕਵਾਇਰ ਕਰਨਾ। ਆਪਾਂ ਨੋਰਮਲੀ ਇੱਕ ਦੂਜੇ ਭਾਸ਼ਾ ਨੂੰ ਦੇਖਦੇ ਹਾਂ, ਤੁਸੀਂ ਕਹੋਗੇ ਮੈਮ ਤੁਹਾਡੀ ਥੋੜੀ ਲੈਂਗੁਏਜ 'ਚ ਫਰਕ ਹੈ, ਤੁਸੀਂ ਆਪਣੇ ਫਰੈਂਡ ਸਰਕਲ 'ਚ ਦੇਖੋਗੇ ਹਾਂਜੀ ਤੇਰੀ ਥੋੜੀ ਲੈਂਗੁਏਜ 'ਚ ਫਰਕ ਹੈ ਨਾ। ਸੋ ਉੱਥੋਂ ਤੁਸੀਂ ਚੀਜ਼ਾਂ ਨੂੰ ਸਮਝਦੇ ਹੋ। ਜਦੋਂ ਅੰਡਰਸਟੈਂਡਿੰਗ ਆਏਗੀ ਤਾਂ ਮੈਂਟਲ ਸਕਿੱਲ ਤੇ ਅੰਡਰਸਟੈਂਡਿੰਗ ਇਕੱਠੀ ਨਹੀਂ ਆਏਗੀ ਜਿਹਨੂੰ ਤੁਸੀਂ ਐਕਵਾਇਰ ਕਰੋਗੇ। ਦੈਟਸ ਵਾਈ ਆਪਣਾ ਡੀ ਆਪਸ਼ਨ ਆਏਗਾ। ਕਲੀਅਰ ਹੈ ਰਾਜੇ? ਪੁਆਇੰਟ ਸਮਝ ਆਇਆ ਮੈਂ ਕੀ ਕਹਿਣਾ ਚਾਹ ਰਹੀ ਹਾਂ? ਸੋ ਇਹ ਆਨਸਰ ਕੀ ਹੈ ਤੁਹਾਡੀ? ਹਾਂਜੀ, ਜਿਨ੍ਹਾਂ ਬੱਚੇ ਨੇ ਫ੍ਰੀ WhatsApp ਗਰੁੱਪ ਜੁਆਇਨ ਨਹੀਂ ਕਰਿਆ ਰਾਜੇ, ਇਸ ਦਿੱਤੇ ਹੋਏ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਆਪਣੀ ਸਾਰੀ ਡਿਟੇਲ ਸ਼ੇਅਰ ਕਰ ਸਕਦੇ ਹੋ, ਨਹੀਂ ਤਾਂ ਫਿਰ ਤੁਸੀਂ ਸਿੱਧਾ ਹੀ QR ਕੋਡ ਸਕੈਨ ਕਰਕੇ ਐਡ ਹੋ ਸਕਦੇ ਹੋ। ਆਪਣੇ ਸੋਸ਼ਲ ਮੀਡੀਆ ਹੈਂਡਲਸ ਨੇ, ਜਿਨ੍ਹਾਂ ਬੱਚੇ ਨੇ ਜੁਆਇਨ ਨਹੀਂ ਕਰੇ ਟੈਟ ਬਜ਼ਰ ਦੇ ਆਫੀਸ਼ੀਅਲ ਸੋਸ਼ਲ ਮੀਡੀਆ ਹੈਂਡਲਸ, ਸੋ ਉਹ ਉਹਨਾਂ ਨੂੰ ਕਰ ਲੈਣਾ। ਹਾਂਜੀ ਰਾਜੇ, ਇੱਕ ਤਾਂ ਤੁਸੀਂ ਕਮੈਂਟ ਬਾਕਸ ਤੁਹਾਨੂੰ ਮੈਂ ਦੱਸਿਆ ਨਾਈਦਰ ਨੋਰ ਵਾਲਾ ਕਨਸੈਪਟ ਬਣਾ ਕੇ ਦੱਸਣਾ, ਸੌਰੀ ਸੈਂਟੈਂਸ। ਸੈਕਿੰਡ, ਜੇਕਰ ਮੈਂ ਤੁਹਾਨੂੰ ਕਿਹਾ ਸੀ ਕਿ ਮੌਕ ਟੈਸਟ 'ਚ ਕਿੰਨੇ ਕੁਐਸਚਨਸ ਤੁਸੀਂ ਅਟੈਂਪਟ ਕਰੇ ਜਾਂ ਕਿੰਨਾ ਕਿੰਨਾ ਸਕੋਰ ਆਇਆ, ਤਾਂ ਉਹ ਵੀ ਦੱਸਿਓ ਰਾਜੇ। ਜਿਨ੍ਹਾਂ ਨੇ ਨਹੀਂ ਕਰਿਆ ਕੋਈ ਨਹੀਂ, ਆਉਣ ਵਾਲੇ ਟਾਈਮ 'ਚ ਆਪਾਂ ਡਿਸਕਸ ਕਰਾਂਗੇ ਉਹਨਾਂ ਨੂੰ, ਠੀਕ ਹੈ ਜੀ। ਸੋ ਆਈ ਹੋਪ ਕਿ ਅੱਜ ਦਾ ਸੈਸ਼ਨ ਇੰਟਰਸਟਿੰਗ ਲੱਗਿਆ ਹੋਏਗਾ, ਨਵਾਂ ਕੁਝ ਸਿੱਖਣ ਨੂੰ ਮਿਲਿਆ ਹੋਏਗਾ। ਅੱਜ ਫਿਰ ਗ੍ਰਾਮਰ ਪੋਰਸ਼ਨ ਵਿੱਚ ਆਪਾਂ 4 ਤੋਂ 5 ਨਵੇਂ ਕੁਐਸਚਨਸ ਲੈ ਕੇ ਆਏ ਸੀ। ਸੋ ਵਿਦ ਦ ਪ੍ਰੈਕਟਿਸ ਤੁਹਾਡੀ ਕਮਾਂਡ ਬਣਨ ਲੱਗ ਜਾਏਗੀ, ਡੋਂਟ ਵਰੀ। ਫਿਰ ਵੀ ਕੋਈ ਡਾਊਟ ਹੋਏ ਰਾਜੇ ਤੁਸੀਂ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ, ਠੀਕ ਹੈ ਜੀ। ਅੱਜ ਕਿੰਨੇ ਕਲਾਸ ਦੇ ਸਕੋਰ ਕੀਤਾ ਉਹ ਵੀ ਜ਼ਰੂਰ ਮੈਂਸ਼ਨ ਕਰਿਓ। ਆਲ ਓਕੇ? ਯੈਸ, ਚਲੋ ਠੀਕ ਹੈ। ਕਲਾਸ ਆਪਾਂ ਅੱਜ ਦੀ
ਅੱਜ ਦਾ ਸੈਸ਼ਨ ਇੱਥੇ ਤੱਕ ਹੀ ਵਾਈਂਡ ਅਪ ਕਰਦੇ ਹਾਂ। ਬਾਕੀ ਆਪਾਂ ਕੱਲ ਲਿਟਰੇਰੀ ਟਰਮਸ ਦੀ ਕਲਾਸ ਤੁਹਾਡੇ ਨਾਲ ਡਿਸਕਸ ਕਰਾਂਗੇ ਸੇਮ ਟਾਈਮ ਤੇ 2 ਵਜੇ। ਸੋ ਸਾਰੇ ਬੱਚੇ ਜ਼ਰੂਰ ਜੁਆਇਨ ਕਰਿਓ ਸੰਡੇ ਨੂੰ, ਠੀਕ ਹੈ। ਥੈਂਕ ਯੂ।